ਸਤਨਾਮ ਸ੍ਰੀ ਵਾਹਿਗੁਰੂ ਜੀ। ਸਭ ਜਗ ਮੰਗਤ ਕੇ ਤੁਮ ਦਾਤਾ। ਕਰੇ ਮੇ ਸੰਗਤਾਂ ਬਾਰ ਵਾਰ ਮਹਾਰਾਜ ਦੇ ਅੱਗੇ ਬੇਨਤੀਆਂ ਕਰ ਲੱਗ ਪਈਆਂ ਨੇ। ਸੱਚੇ ਪਾਤਸ਼ਾਹ ਸਾਰੇ ਦੁਨੀਆ ਦੇ ਦਾਤੇ ਹੋ। ਕਰਾਮਾਤ ਕੋ ਘਰ ਬਖਿਆਤਾ। ਗੁਰੂ ਬਾਬਾ ਜੀ ਦੇ ਦਰ ਘਰ ਦੇ ਵਿੱਚ ਕਰਾਮਾਤ ਸ਼ਕਤੀ ਹੈ ਤਾਂ ਪ੍ਰਗਟ ਤੌਰ ਤੇ ਪਾਈ ਜਾਂਦੀ ਹੈ। ਤੀਨ ਲੋਕ ਤੁਮਰੇ ਬਸ ਅਹੈ। ਆਪ ਦੇ ਵਾਦੇ ਵਿੱਚ ਤਾਂ ਸਦਾ ਵਾਤੇ ਤਿੰਨ ਲੋਕ ਰਹਿੰਦੇ ਹਨ। ਪ੍ਰੇਮੀ ਕੇ ਬਸ ਰਾਵਰ ਰਹੈ। ਜਿਹੜਾ ਸੀ ਰਾਜੇ ਜੈ ਸਿੰਘ ਦਾ ਪ੍ਰਧਾਨ ਦੂਤ, ਇਹ ਵੀ ਬੜਾ ਸੁਲਝਿਆ ਹੋਇਆ ਸਿਆਣਾ ਧਰਮਾਤਮਾ ਪੁਰਸ਼ ਹੈ। ਨਿਮਰਤਾ ਦੇ ਨਾਲੇ ਵੀ ਮਹਾਰਾਜ ਦੇ ਵਾਰ ਅੱਗੇ ਬੇਨਤੀਆਂ ਕਰਨ ਲੱਗ ਪਿਆ ਸੀ। ਜਾਂ ਤੇ ਨ੍ਰਿਪ ਜੈ ਸਿੰਘ ਸਵਾਈ। ਇਸੇ ਕਰਕੇ ਸੱਚੇ ਪਾਤਸ਼ਾਹ ਵੀ ਮਹਾਰਾਜਾ ਜੈ ਸਿੰਘ ਨੇ ਆਪ ਦੇ ਅੱਗੇ ਵਾਰ ਹੱਥ ਜੋੜੇ ਹਨ। ਸਹਿਤ ਪ੍ਰੇਮ ਕੀਏ ਬਿਨੈ ਵਡਾਈ। ਬੜੇ ਪ੍ਰੇਮ ਨੂੰ ਮਨ ਦੇ ਵਿੱਚ ਧਾਰਨ ਕਰਦਿਆਂ ਹੋਇਆਂ ਆਪਣੇ ਵੱਲੋਂ ਰਜੋਈਆਂ ਕੀਤੀਆਂ ਹਨ। ਮੋਹ ਪਰ ਕਿਰਪਾ ਠਾਨ ਕੈ ਆਵਹੋ। ਸੱਚੇ ਪਾਤਸ਼ਾਹ ਮੇਰੇ ਉੱਪਰ ਕਿਰਪਾ ਕਰਦਿਆਂ ਹੋਇਆਂ ਇੱਕ ਵਾਰੀ ਜ਼ਰੂਰ ਆਪਣੇ ਦਿੱਲੀ ਸ਼ਹਿਰ ਦੇ ਵਿੱਚ ਆ ਕਰਕੇ ਸਾਰੀ ਸੰਗਤ ਨੂੰ ਦਰਸ਼ਨ ਬਖਸ਼ਣੇ ਹਨ। ਕਰੋ ਕਿਰਤਾਰਥ ਦਰਸ ਦਿਖਾਵਹੋ। ਜਿਹੜੇ ਆਪ ਜੀ ਦੇ ਦਰਸ਼ਨ ਕਰ ਲੈਣਗੇ ਉਹਨਾਂ ਦੀ ਤਾਂ ਇਹ ਦੇਹੀ ਹੀ ਸਫਲੀ ਹੋ ਜਾਣੀ ਹੈ। ਮੋਹ ਕਹੋ ਦਾਸ ਆਪਨੋ ਜਨ ਹੋ। ਜਿਵੇਂ ਰਾਜੇ ਜੈ ਸਿੰਘ ਨੇ ਆਪਣੇ ਵੱਲੋਂ ਬੜੀਆਂ ਅਰਦਾਸਾਂ ਕੀਤੀਆਂ ਸਨ। ਅਪਰ ਬਾਰਤਾ ਹਿਰਦੈ ਨਾ ਅਨਹੋ। ਸੱਚੇ ਪਾਤਸ਼ਾਹ ਵੀ ਹੋਰ ਕੋਈ ਇਹੋ ਜੀ ਜਿਹੜੀ ਵਿਚਾਰ ਆਪਣੇ ਮਨ ਦੇ ਅੰਦਰ ਨਹੀਂ ਧਾਰਨ ਕਰਨੀ ਵੀ ਜਾ ਕਰਕੇ ਸ਼ਾਇਦ ਬਾਦਸ਼ਾਹ ਨੇ ਫਿਰ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਦੇ ਲਈ ਬੜਾ ਖੇੜੇ ਪੈ ਜਾਣਾ ਹੈ। ਜਬ ਦਿੱਲੀਪੁਰ ਪ੍ਰਵਿਸ਼ ਹੋ ਜਾਏ। ਜਦੋਂ ਆਪਨੇ ਇੱਕ ਵਾਰੀ ਦਿੱਲੀ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰ ਜਾਣਾ ਹੈ। ਸੰਗਤ ਸਗਰੀ ਦਰਸ਼ਨ ਪਾਏ। ਇਸ ਬਹਾਨੇ ਦੇ ਨਾਲ ਕਿਤਨੀਆਂ ਸੰਗਤਾਂ ਨੇ ਆਪ ਜੀ ਦੇ ਦਰਸ਼ਨ ਕਰ ਲੈਣੇ ਹਨ। ਕਰੋ ਆਪ ਫੁਰਮਾਵਨ ਜੈਸੇ। ਜਿਸ ਪ੍ਰਕਾਰ ਆਪ ਮੈਨੂੰ ਰਸਨਾ ਤੋਂ ਹੁਕਮ ਕਰੋਗੇ। ਹਮ ਅਨੁਸਾਰੀ ਵਰਤ ਹੈ ਤੈਸੇ। ਰਾਜਾ ਜੈ ਸਿੰਘ ਆਪ ਦੇ ਹੁਕਮ ਆਪ ਦੀ ਆਗਿਆ ਦੇ ਵਿੱਚ ਹੀ ਸਦਾ ਵਾਤੇ ਚੱਲੇਗਾ। ਮਿਲੋ ਸ਼ਾਹੋ ਸੋ ਜੇ ਰੁਚ ਹੋਏ। ਜੇਕਰ ਆਪ ਦੀ ਰੁਚੀ ਹੋਈ ਤਾਂ ਫਿਰ ਬਾਦਸ਼ਾਹ ਦੇ ਨਾਲ ਮਿਲ ਵੀ ਸਕਦੇ ਹੋ। ਜੋ ਨਾ ਰੁਚ ਹੈ ਤਾਂ ਫਿਕਰ ਨਾ ਕੋਏ। ਜੇਕਰ ਮਨ ਦੇ ਵਿੱਚ ਕੋਈ ਖਿਆਲ ਨਹੀਂ ਪੈਦਾ ਹੋਇਆ ਫਿਰ ਧੱਕੇ ਦੇ ਨਾਲ ਬਾਦਸ਼ਾਹ ਨੇ ਆਪ ਜੀ ਦੇ ਦਰਸ਼ਨ ਵੀ ਨਹੀਂ ਕਰਨੇ ਹਨ। ਮੈਂ ਢਿੱਗ ਸ਼ਾਹੋ ਪ੍ਰਤੱਗਿਆ ਕਰੀ। ਮੈਂ ਬਾਦਸ਼ਾਹ ਦੇ ਪਾਸ ਇੱਕ ਵਾਰੀ ਆਪਣੇ ਬਲੋਏ ਪ੍ਰਤੱਗਿਆ ਕਰ ਬੈਠਿਆ ਹਾਂ। ਸ਼੍ਰੀ ਹਰਿ ਕ੍ਰਿਸ਼ਨ ਲਿਆਏ ਹੋਂ ਪੁਰੀ। ਵੀ ਜਿਵੇਂ ਕਿਵੇਂ ਹੋ ਸਕਿਆ ਸਤਿਗੁਰੂ ਜੀ ਨੇ ਜ਼ਰੂਰ ਉਹ ਦਿੱਲੀ ਸ਼ਹਿਰ ਦੇ ਵਿੱਚ ਪਹੁੰਚ ਜਾਣਾ ਹੈ। ਸੋ ਰਾਵਰ ਕੇ ਬਸੀ ਪਛਾਨੋ। ਸੱਚੇ ਪਾਤਸ਼ਾਹ ਮੇਰੀ ਕੀਤੀ ਹੋਈ ਪ੍ਰਤੱਗਿਆ ਜਿਹੜਾ ਪ੍ਰਣ ਇਹ ਪੂਰਾ ਕਰਨਾ ਆਪ ਦੇ ਵਾਅਦੇ ਵਿੱਚ ਰਹਿ ਗਿਆ ਹੈ। ਮਮ ਡੇਰੇ ਮੈਂ ਆਵਨ ਠਨ ਹੋ। ਮੈਂ ਆਪ ਦੀ ਜਿਹੜੀ ਰਹਿਸ਼ ਬੜੇ ਸੋਹਣੇ ਆਪਣੇ ਹੀ ਬੰਗਲੇ ਦੇ ਵਿੱਚ ਕਰਵਾ ਦੇਣੀ ਹੈ। ਮਿਲਵੇ ਕਾਰਨ ਸ਼ਾਹੋ ਮਹਾਨ। ਜਿਹੜਾ ਹਿੰਦੁਸਤਾਨ ਦਾ ਮਾਲਕ ਬਾਦਸ਼ਾਹ ਔਰੰਗਜ਼ੇਬ ਹੈ। ਹਠ ਨ ਕਰੈ ਲਾ ਸ਼ਾਹੋ ਲੀਏ ਜਾਨ। ਮੈਂ ਪਹਿਲਾਂ ਹੀ ਬਾਦਸ਼ਾਹ ਔਰੰਗਜ਼ੇਬ ਦੇ ਜਿਹੜੇ ਖਿਆਲਾਤ ਪਾਸ ਬੈਠ ਕਰਕੇ ਚੰਗੀ ਤਰ੍ਹਾਂ ਪਰਖ ਕਰ ਲਏ ਨੇ ਵੀ ਕਦੇ ਵੀ ਉਹਨੇ ਆਪ ਜੀ ਦਾ ਦਰਸ਼ਨ ਕਰਨ ਵਾਸਤੇ ਮਨ ਦੇ ਵਿੱਚ ਹੱਠ ਨਹੀਂ ਧਾਰਨ ਕਰਨਾ ਹੈ। ਕਰਤ ਵਾਰਤਾਲਾਪ ਕਨੇਰੇ। ਜਦੋਂ ਬਾਬਾ ਰਾਮ ਰਾਏ ਜੀ ਨੇ ਬੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵੀ
ਬੈਠ ਕਰਕੇ ਕੀਤੀਆਂ ਸਨ। ਕਹਿ ਸ੍ਰੀ ਰਾਮ ਰਾਏ ਜਿਸ ਬੇਰੇ ਪਰ ਜਦੋਂ ਵੀ ਕਿਤੇ ਬਾਬਾ ਰਾਮ ਰਾਏ ਜੀ ਬੜਾ ਆਪਣੇ ਵੱਲੋਂ ਮਜਬੂਰ ਕਰਿਆ ਕਰਦੇ ਸੀ, ਤਬਹਿ ਸ਼ਾਹੋ ਬੋਲਤ ਮੈਂ ਲਹਿਓ। ਉਸ ਵਕਤ ਵੀ ਮੈਂ ਉਹ ਜੀਆਂ ਗੱਲਾਂ ਬਾਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੇ ਮੂੰਹ ਤੋਂ ਕਰਦੇ ਹੋਇਆਂ ਕੰਨਾਂ ਦੇ ਨਾਲ ਸੁਣ ਲਿਆ ਸੀ। ਕੋਮਲ ਹੱਠ ਬਿਹੀਨ ਹੀ ਰਹਿਓ। ਕਦੇ ਵੀ ਉਹਨੇ ਜ਼ਿਆਦਾ ਮਨ ਦੇ ਅੰਦਰ ਹੱਠ ਨਹੀਂ ਧਾਰਨ ਕੀਤਾ ਸੀ। ਤਉ ਭਰਾਤ ਤੁਮਰੇ ਬਹੁ ਕਹਿਓ। ਪਰ ਜਦੋਂ ਬਾਬਾ ਰਾਮ ਰਾਏ ਜੀ ਬਾਰ-ਬਾਰ ਆਪ ਜੀ ਨੂੰ ਬੁਲਾਉਣ ਵਾਸਤੇ ਬਾਦਸ਼ਾਹ ਦੇ ਪਾਸ ਕਹੀਂ ਗਏ ਹਨ, ਤਬਹਿ ਹਕਾਰਨ ਕੋ ਚਿਤ ਚਹਿਓ। ਫਿਰ ਇਹ ਬਾਦਸ਼ਾਹ ਔਰੰਗਜ਼ੇਬ ਨੇ ਇਹ ਆਪਣੇ ਵੱਲੋਂ ਗੱਲਬਾਤ ਕੀਤੀ ਸੀ। ਹਮ ਨਿਤ ਜਾਤ ਸ਼ਾਹੋ ਕੇ ਪਾਸ। ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਹੈ ਵੀ ਮੇਰਾ ਤਾਂ ਬਾਦਸ਼ਾਹ ਦੇ ਪਾਸ ਰੋਜ਼ਾਨਾ ਆਉਣਾ ਜਾਣਾ ਬਣਿਆ ਹੀ ਰਹਿੰਦਾ। ਮੈਂ ਬਾਦਸ਼ਾਹ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਆਪ ਖੁਦ ਜਾਣਨ ਵਾਲਾ ਹਾਂ। ਕਰਹਿ ਆਪ ਕੀ ਮਹਿਮਾ ਰਾਸ। ਕਚਹਿਰੀ ਦੇ ਵਿੱਚ ਬੈਠ ਕਰਕੇ ਬਾਦਸ਼ਾਹ ਔਰੰਗਜ਼ੇਬ ਨੇ ਕਈ ਦਫਾ ਆਪ ਦੀ ਮਹਿਮਾ ਵਡਿਆਈ ਵੱਡੇ ਵੱਡੇ ਅਮੀਰਾਂ ਵਜ਼ੀਰਾਂ ਦੇ ਵਿੱਚ ਬਹਿ ਕਰਕੇ ਕੀਤੀ ਹੈ। ਅਲਪ ਆਰਬਲ ਵਿਖੈ ਸ਼ਰੀਰ। ਔਰੰਗਜ਼ੇਬ ਨੂੰ ਇਸ ਗੱਲ ਦੇ ਬਾਰੇ ਚੰਗੀ ਤਰ੍ਹਾਂ ਪਤਾ ਹੈ ਆਪ ਦੀ ਜਿਹੜੀ ਉਮਰ ਤੇ ਆਪ ਦਾ ਸਰੀਰ ਅਜੇ ਬਾਲਕ ਅਵਸਥਾ ਦੇ ਵਿੱਚ ਪਹੁੰਚਿਆ ਹੈ। ਗੁਣ ਮੈਂ ਮਹਿਦ ਆਦ ਜੇ ਧੀਰ। ਪਰ ਜਿਹੜੇ ਗੁਣ ਜਿਹੜੀ ਗੰਭੀਰਤਾ ਧੀਰਜ ਆਪ ਦੇ ਹਿਰਦੇ ਦੇ ਅੰਦਰ ਪਾਈ ਜਾਂਦੀ ਹੈ, ਉਹਦਾ ਤਾਂ ਹੁਣ ਅੰਤ ਵੱਡੇ ਵੱਡੇ ਦੇਵਤੇ ਵੀ ਨਹੀਂ ਪਾ ਸਕਦੇ ਹਨ। ਜੇ ਹਠ ਹੀਰ ਹੈ ਨੌ ਰੰਗ ਕੇਰਾ। ਸੱਚੇ ਪਾਤਸ਼ਾਹ ਵੀ ਜੇ ਕਿਤੇ ਮੈਂ ਆਪ ਸਾਹਮਣੇ ਇਹ ਬਾਦਸ਼ਾਹ ਔਰੰਗਜ਼ੇਬ ਦਾ ਕੀਤਾ ਹੋਇਆ ਹੱਠ ਅੱਖਾਂ ਦੇ ਨਾਲ ਦੇਖ ਲੈਣਾ ਸੀ। ਨਿਕਟ ਮਿਲਿਓ ਚਾਹੇ ਫੇਰ ਸੋ ਫੇਰਾ। ਜੇਕਰ ਉਹਦੇ ਮਨ ਦੇ ਅੰਦਰ ਹੱਠ ਭਰਿਆ ਹੁੰਦਾ ਵੀ ਇੱਕ ਵਾਰੀ ਮੈਂ ਬੁਲਾ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜ਼ਰੂਰ ਦਰਸ਼ਨ ਕਰਨੇ ਹਨ। ਮੈਂ ਹੋ ਬੀਚ ਨਿਵਾਰਨ ਕਰੋ। ਤੇ ਮੈਂ ਵਿੱਚ ਵਿਚਾਲੇ ਪੈ ਪਵਾ ਕਰਕੇ ਆਪਣੇ ਆਪ ਹੀ ਬਾਦਸ਼ਾਹ ਨੂੰ ਰੋਕ ਦੇਣਾ ਹੈ। ਤੁਮਰੇ ਹਿਤ ਮੈਂ ਹੈ ਨਿਤ ਅਨੁਸਰੋਂ। ਪਰ ਬਾਦਸ਼ਾਹ ਔਰੰਗਜ਼ੇਬ ਨੇ ਕਦੇ ਵੀ ਇਹੋ ਜਿਹੀ ਜਿਹੜੀ ਗੱਲਬਾਤ ਆਪਣੀ ਰਸਨਾ ਤੋਂ ਨਹੀਂ ਕੀਤੀ ਹੈ। ਹਿੰਦ ਜਨਮ ਧਰਮ ਅੱਗੇ ਸਦਾ ਹਉ। ਸੱਚੇ ਪਾਤਸ਼ਾਹ ਮੈਂ ਵੀ ਹਿੰਦੂ ਘਰਾਣੇ ਦੇ ਵਿੱਚ ਪੈਦਾ ਹੋਇਆ, ਮੈਂ ਵੀ ਆਪਣੇ ਧਰਮ ਨੂੰ ਧਾਰਨ ਕਰਨ ਵਾਲਾ ਹਾਂ। ਵਿਪਰੈ ਕਰੋ ਨਾ ਆਪ ਕਦਾ ਹਉ। ਕਦੇ ਵੀ ਮੈਂ ਆਪ ਦੇ ਖਿਲਾਫ ਉਲਟ ਕੋਈ ਵੀ ਇਹੋ ਜਿਹੀ ਗੱਲਬਾਤ ਬਾਦਸ਼ਾਹ ਦੇ ਵੱਲੋਂ ਨਹੀਂ ਹੋਣ ਦੇਣੀ ਹੈ। ਜੇ ਕਰ ਪਿਖਤ ਸ਼ਾਹੋ ਹਠ ਕਰਤਾ। ਜੇਕਰ ਕਿਤੇ ਮੈਂ ਪਹਿਲਾਂ ਹੀ ਬਾਦਸ਼ਾਹ ਔਰੰਗਜ਼ੇਬ ਦੇ ਹੱਠ ਦੇ ਬਾਰੇ ਤਾਂ ਗੱਲਾਂ ਬਾਤਾਂ ਤੋਂ ਹੀ ਮੈਨੂੰ ਪਤਾ ਲੱਗ ਜਾਣਾ ਸੀ, ਰਹਿਤ ਨਿਰਾਲੋ ਬੀਚ ਨਾ ਪਰਤਾ। ਫਿਰ ਮੈਂ ਆਪ ਦੇ ਲਿਆਉਣ ਦੇ ਵਿੱਚ ਕਦੇ ਵੀ ਵਿੱਚ ਵਿਚਾਲੇ ਨਹੀਂ ਪੈਣਾ ਸੀ। ਮੈਂ ਤਾਂ ਪਹਿਲਾਂ ਹੀ ਇੱਕ ਪਾਸੇ ਹੋ ਜਾਣਾ ਸੀ। ਮੈਂ ਕਾਹਨੂੰ ਸਤਿਗੁਰੂ ਜੀ ਦੀ ਉਹ ਵਿੱਚ ਵਿਚਾਲੇ ਪੈ ਕਰਕੇ ਨਾਰਾਜ਼ਗੀ ਪ੍ਰਾਪਤ ਕਰਨੀ ਹੈ। ਪਰ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੇ ਵਿੱਚ ਤਾਂ ਕੋਈ ਇਹੋ ਜਿਹਾ ਆਪ ਜੀ ਨੂੰ ਬੁਲਾਉਣ ਦੇ ਲਈ ਵਿਚਾਰ ਹੀ ਨਹੀਂ ਪੈਦਾ ਹੋਇਆ ਸੀ। ਹਿਰਦਾ ਸ਼ੁੱਧ ਮੈਂ ਜਾਣਿਓ ਜਬੈ। ਜਦੋਂ ਮੈਂ ਬਾਦਸ਼ਾਹ ਔਰੰਗਜ਼ੇਬ ਦੇ ਹਿਰਦੇ ਦੀਆਂ ਸਾਰੀਆਂ ਗੱਲਾਂ ਪਹਿਲਾਂ ਕੰਨਾਂ ਦੇ ਨਾਲ ਸੁਣ ਕਰਕੇ ਤੋਲੀਆਂ ਸਨ, ਦੂਤ ਪਠਿਓ ਤੁਮਰੀ ਦਿਸ਼ ਤਬੈ। ਫਿਰ ਉਸ ਦੇ ਖਿਆਲਾਂ ਦਾ ਅੰਦਾਜ਼ਾ ਲਗਾ ਕਰਕੇ ਦੂਤ ਪ੍ਰਧਾਨ ਆਪ ਦੇ ਚਰਨਾਂ ਦੇ ਵਿੱਚ ਭੇਜਿਆ ਸੀ। ਰਾਵਰ ਕੇ ਭਰਾਤਾ ਬਹੁ ਕਹਿਓ। ਸੱਚੇ ਪਾਤਸ਼ਾਹ ਵੀ ਇਹ ਗੱਲਾਂ ਤਾਂ ਆਪ ਜੀ ਦੇ ਵੱਡੇ ਭਰਾਤਾ ਬਾਬਾ ਰਾਮ ਰਾਏ ਜੀ ਨੇ ਬਾਰ-ਬਾਰ ਕੀਤੀਆਂ ਹਨ। ਜਾਂ ਤੇ ਤੁਮ ਹੋ ਅਨਾਵਨ ਚਾਹਿਓ। ਇਸੇ ਕਰਕੇ ਆਪ ਜੀ ਨੂੰ
ਬੁਲਾਉਣ ਵਾਸਤੇ ਮੈਂ ਵੀ ਆਪਣੇ ਵੱਲੋਂ ਇਹ ਵਾਰ-ਵਾਰ ਅਰਦਾਸਾਂ ਕੀਤੀਆਂ ਹਨ। ਦਿੱਲੀ ਮਹਿ ਪ੍ਰਵਿਸ਼ੋ ਇੱਕ ਬਾਰੀ। ਜਦੋਂ ਵੀ ਆਪ ਨੇ ਇੱਕ ਵਾਰੀ ਦਿੱਲੀ ਸ਼ਹਿਰ ਦੇ ਵਿੱਚ ਆਪਣੇ ਮੁਬਾਰਕ ਚਰਨ ਪਾ ਦੇਣੇ ਹਨ। ਹੋਏ ਹੈ ਸਭ ਤੁਮਰੇ ਅਨੁਸਾਰੀ। ਫਿਰ ਜਿਹੜਾ ਹਿੰਦੁਸਤਾਨ ਦਾ ਮਾਲਕ ਉਹ ਵੀ ਆਪ ਦੇ ਅਨੁਸਾਰ ਹੋ ਕਰਕੇ ਹੀ ਚੱਲੇਗਾ। ਮਿਲਨ ਸ਼ਾਹੋ ਕੋ ਜੇ ਨਹਿ ਚਾਹੋ। ਜੇਕਰ ਆਪ ਦੀ ਚਾਹਨਾ ਬਾਦਸ਼ਾਹ ਨੂੰ ਮਿਲਣ ਵਾਸਤੇ ਨਹੀਂ ਹੋਏਗੀ, ਰਹਿ ਹੋ ਸਦਨ ਮਮ ਜਾਹੋ ਨਾ ਪਾਹੋ। ਸੱਚੇ ਪਾਤਸ਼ਾਹ ਆਪ ਨੇ ਮੇਰੇ ਬੰਗਲੇ ਦੇ ਵਿੱਚ ਹੀ ਰਹਿ ਕਰਕੇ ਸਮਾਂ ਬਤੀਤ ਕਰ ਲੈਣਾ ਹੈ। ਕਦੇ ਵੀ ਮੈਂ ਆਪ ਜੀ ਨੂੰ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਨਹੀਂ ਭੇਜਾਂਗਾ। ਮਿਲਨ ਅਮਿਲਨ ਜਥਾ ਤੁਮ ਉਰ ਮੈਂ। ਮਿਲਣਾ ਨਾ ਮਿਲਣਾ ਤਾਂ ਆਪ ਦੇ ਬਸ ਦੀ ਵਾਰਤਾ ਹੈ। ਕਰਹਿ ਤਥਾ ਆਵੋ ਇਸ ਪੁਰ ਮੈਂ। ਜਿਵੇਂ ਆਪ ਦੀ ਆਗਿਆ ਹੋਏਗੀ ਉਸੇ ਤਰ੍ਹਾਂ ਮੈਂ ਬਾਦਸ਼ਾਹ ਨੂੰ ਵੀ ਆਪਣੇ ਵੱਲੋਂ ਸਮਝਾ ਦੇਣਾ ਹੈ। ਇਸ ਪ੍ਰਕਾਰ ਰਹਿ ਹੈ ਪਤ ਮੇਰੀ। ਇਸ ਢੰਗ ਤਰੀਕੇ ਦੇ ਨਾਲ ਮੇਰੀ ਵੀ ਜਿਹੜੀ ਇੱਜ਼ਤ ਆਬਰੋ ਜਿਹੜੀ ਕੀਤੀ ਹੋਈ ਪਰਤ ਅੱਗਿਆ ਬਾਦਸ਼ਾਹ ਦੇ ਪਾਸੋਂ ਪੂਰੀ ਹੋ ਜਾਣੀ ਹੈ। ਦਰਸ ਕਾਮਨਾ ਪੁਰੋ ਬਡੇਰੀ। ਸਾਰਿਆਂ ਦੇ ਮਨ ਦੇ ਵਿੱਚ ਆਪ ਜੀ ਦੇ ਦੀਦਾਰ ਕਰਨ ਦੀ ਬੜੀ ਕਾਮਨਾ ਬੜੀ ਜਿਹੜੀ ਹੈ ਤਾਂ ਪੈਦਾ ਹੋ ਚੁੱਕੀ ਹੈ। ਇਮ ਜੈ ਸਿੰਘ ਮਹੀਸ਼ ਮਹਾਨਾ। ਇਹੋ ਰਾਜੇ ਜੈ ਸਿੰਘ ਨੇ ਆਪਣੇ ਸਿਆਣੇ ਪ੍ਰਧਾਨ ਦੂਤ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਸਿਖਾ ਕਰਕੇ ਭੇਜਿਆ ਸੀ। ਬਿਨੈ ਕੀਨ ਮਨ ਪ੍ਰੇਮ ਬੰਧਾਨਾ। ਇਸ ਨੇ ਪ੍ਰੇਮ ਦੇ ਨਾਲ ਜਦੋਂ ਬਾਰ-ਬਾਰ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਦਿੱਤੇ ਸਨ, ਇਹੋ ਜਿਹੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਵੀ ਆਪਣੇ ਵਾਅਦੇ ਵਿੱਚ ਕਰ ਲਿਆ ਸੀ। ਅਬ ਰਾਵਰ ਕੇ ਜਿਮ ਚਿਤ ਆਵੇ। ਸੱਚੇ ਪਾਤਸ਼ਾਹ ਵੀ ਹੁਣ ਜਿਵੇਂ ਆਪ ਦੀ ਮੌਜ ਹੈ ਉਸੇ ਤਰ੍ਹਾਂ ਆਪ ਕਰ ਸਕਦੇ ਹੋ। ਕਰਹੁ ਕਾਰ ਤਿਮ ਸਭ ਹਰਖਾਵੇ। ਜਿਵੇਂ ਜਿਵੇਂ ਰਾਜੇ ਜੈ ਸਿੰਘ ਨੇ ਮੈਨੂੰ ਸਮਝਾ ਕਰਕੇ ਤੋਰਿਆ ਸੀ ਉਸੇ ਤਰ੍ਹਾਂ ਮੈਂ ਆਪ ਦੇ ਅੱਗੇ ਹੱਥ ਜੋੜ ਦਿੱਤੇ ਹਨ। ਦੋਹਰਾ ਇਮ ਨ੍ਰਿਪ ਜੈ ਸਿੰਘ ਦੂਤ ਕੇ ਬਾਕ ਸੁਨੇ ਸਭ ਕਾਨ। ਜਦੋਂ ਬਾਲਾ ਪ੍ਰੀਤਮ ਨੇ ਵੀ ਬੜੇ ਹੋ ਜੇ ਪ੍ਰੇਮ ਦੇ ਜਿਹੜੇ ਵਚਨ ਰਾਜੇ ਜੈ ਸਿੰਘ ਦੇ ਦੂਤ ਪ੍ਰਧਾਨ ਦੇ ਪਾਸੋਂ ਸੁਣ ਲਏ ਸਨ। ਭਗਤ ਵਚਲ ਨਿਜ ਬਿਰਦ ਕਿਉ ਸਤਿਗੁਰ ਸਿਮਰਨ ਠਾਨ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਪਣੇ ਭਗਤਾਂ ਦਾ ਪਿਆਰੇ ਹੋਣਾ ਉਹ ਜਿਹੜਾ ਬਿਰਦ ਉਹ ਧਰਮ ਮਨ ਦੇ ਵਿੱਚ ਯਾਦ ਕੀਤਾ ਸੀ ਵੀ ਜਿੱਥੇ ਕੋਈ ਇਹੋ ਜਿਹਾ ਪ੍ਰੇਮੀ ਜਗਿਆਸੂ ਮਨ ਦੇ ਅੰਦਰ ਪ੍ਰੇਮ ਪਿਆਰ ਧਾਰਨ ਕਰਕੇ ਜੋਦੜੀਆਂ ਕਰੇ ਉਹ ਸਤਿਗੁਰੂ ਜੀ ਸਦਾ ਵਾਸਤੇ ਪਹਿਲਾਂ ਤੋਂ ਹੀ ਪ੍ਰਵਾਨ ਕਰਦੇ ਹਨ। ਕਿਤਨੇ ਵੱਡੇ ਵੱਡੇ ਪਰਮਾਨ ਪਹਿਲਾਂ ਇਸ ਪਾਵਨ ਇਤਿਹਾਸ ਦੇ ਵਿੱਚ ਆ ਚੁੱਕੇ ਹਨ। ਮੀਰੀ ਪੀਰੀ ਦਾ ਮਾਲਕ ਇੱਕ ਪ੍ਰੇਮ ਦੇ ਵਾਅਦੇ ਵਿੱਚ ਹੋ ਕਰਕੇ ਦੇਖੋ ਕਿੱਥੇ ਯੂਪੀ ਦਾ ਇਲਾਕੇ ਦੇ ਵਿੱਚ ਵੀ ਭਲਮਸਤ ਫਕੀਰ ਵਰਗਿਆਂ ਦੇ ਪਾਸ ਚਲੇ ਗਏ ਸੀ। ਸਤਿਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਜਦੋਂ ਲਾਹੌਰ ਸ਼ਹਿਰ ਤੋਂ ਉਹਨਾਂ ਦੇ ਤਾਏ ਦੇ ਪੁੱਤ ਭਾਈ ਸਿਆਰੀ ਮੱਲ ਜੀ ਚੱਲ ਕਰਕੇ ਆਏ ਸੀ। ਅੱਗੇ ਨੇ ਆਪਣੇ ਮਠਿਆਈ ਵਗੈਰਾ ਜਦੋਂ ਰੱਖ ਦਿੱਤੀ ਦੇ ਕਰਕੇ ਸੋਢੀ ਸੁਲਤਾਨ ਪੁੱਛਣ ਲੱਗੇ ਭਰਾਤਾ ਆ ਮਠਿਆਈ ਸਾਡੇ ਪਾਸ ਕਿਸ ਕਾਰਨ ਕਰਕੇ ਲੈ ਕਰਕੇ ਆਏ ਹੋ। ਸੁਣ ਕਰਕੇ ਸਿਆਰੀ ਮੱਲ ਨੇ ਆਪਣੇ ਵੱਲੋਂ ਅਰਜ਼ ਕੀਤੀ ਸੱਚੇ ਪਾਤਸ਼ਾਹ ਵੀ ਮੇਰੇ ਬੇਟੇ ਦਾ ਵਿਆਹ ਮੈਂ ਆਪਣੇ ਪੁੱਤਰ ਦੀ ਸ਼ਾਦੀ ਕਰਨੀ ਹੈ। ਆਪ ਦੇ ਚਰਨ ਵੀ ਮੈਂ ਘਰ ਦੇ ਵਿੱਚ ਪਵਾਉਣੇ ਚਾਹੁੰਦਾ ਹਾਂ। ਭਾਈ ਸਿਆਰੀ ਮੱਲ ਜੀ ਗੋਡੇ ਦੇ ਵਿੱਚ ਬੈਠ ਕਰਕੇ ਜਦੋਂ ਅੰਮ੍ਰਿਤਸਰ ਦੇ ਵਿੱਚ ਪਹੁੰਚੇ
ਸਤਿਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਤਾਏ ਦੇ ਪੁੱਤਰ ਵੱਡੇ ਭਰਾ ਦਾ ਬੜਾ ਮਾਣ ਸਤਿਕਾਰ ਕੀਤਾ ਸੀ। ਆਪ ਦੀਨ ਦੁਨੀਆ ਦੇ ਮਾਲਕ ਦੋਵੇਂ ਹੱਥ ਜੋੜ ਕੇ ਭਾਈ ਸਿਹਾਰੀ ਮੱਲ ਜੀ ਦੇ ਅੱਗੇ ਖੜੇ ਹੋ ਗਏ ਸੀ। ਦੇ ਕਰਕੇ ਦੇ ਨੇਤਰਾਂ ਦੇ ਵਿੱਚ ਬੜੇ ਹੰਝੂ ਭਰ ਗਏ। ਸੱਚੇ ਪਾਤਸ਼ਾਹ, ਮੈਂ ਹੁਣ ਆਪ ਨੂੰ ਕੋਈ ਮਨ ਦੇ ਅੰਦਰ ਭਰਾਵਾਂ ਦੇ ਸਮਾਨ ਨਹੀਂ ਸਮਝਦਾ। ਆਪ ਦਾ ਹੁਣ ਸੇਵਾ ਕਰਦੇ ਆ ਸਤਿਗੁਰੂ ਅਮਰਦਾਸ ਮਹਾਰਾਜ ਦਾ ਰੂਪ ਹੋ ਚੁੱਕੇ ਹੋ। ਇਹ ਸੁਣ ਕਰਕੇ ਸਤਿਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਭਰਾਤਾ ਜੀ ਦੇਖ, ਜੇ ਅਸੀਂ ਚਲੇ ਗਏ ਲਾਹੌਰ ਸ਼ਹਿਰ ਦੇ ਵਿੱਚ, ਉੱਥੇ ਫਿਰ ਸੰਗਤਾਂ ਦਾ ਵੀ ਬੜਾ ਇਕੱਠ ਚਾਰੇ ਪਾਸਿਆਂ ਤੋਂ ਜੁੜ ਜਾਣਾ। ਸੰਗਤਾਂ ਦੀ ਸੰਭਾਲ ਤੁਹਾਨੂੰ ਦਿਲੋਂ ਕਰਨੀ ਬੜੀ ਔਖੀ ਹੋ ਜਾਏਗੀ। ਭਰਾਤਾ ਨੂੰ ਇਤਨਾ ਕਸ਼ਟ ਅਸੀਂ ਕਾਹਦੇ ਵਾਸਤੇ ਦੇਣਾ ਹੈ? ਸੇਵਾ ਦੀ ਥਾਂ 'ਤੇ ਤੁਹਾਨੂੰ ਇਤਨਾ ਫਿਰ ਖਰਚ ਸੰਗਤਾਂ ਦੀ ਸੇਵਾ ਦੇ ਉੱਪਰ ਕਰਨਾ ਪਏਗਾ। ਇਸ ਵਾਰਤਾ ਦੇ ਨਾਲ ਭਾਈ ਸਿਹਾਰੀ ਮੱਲ ਜੀ ਵੀ ਸਹਿਮਤ ਹੋ ਗਏ ਵੀ ਠੀਕ ਹੈ, ਵੀ ਜਿੱਥੇ ਸਤਿਗੁਰੂ ਜੀ ਚਲੇ ਗਏ ਉੱਥੇ ਦਾ ਪ੍ਰੇਮੀਆਂ ਨੇ ਆਪਣੇ ਆਪ ਹੀ ਚਾਰੇ ਪਾਸਿਆਂ ਤੋਂ ਚੱਲ ਕਰਕੇ ਪਹੁੰਚ ਜਾਣਾ। ਸੰਗਤਾਂ ਦੀ ਸੇਵਾ ਕਰਨ ਦੀ ਥਾਂ 'ਤੇ ਮੈਂ ਬੜਾ ਕਰਜ਼ਈ ਵੀ ਹੋ ਸਕਦਾ ਹਾਂ। ਸੁਣ ਕਰਕੇ ਕਹਿਣ ਲੱਗੇ, ਮਹਾਰਾਜ ਕੋਈ ਆਪਣਾ ਸਾਹਿਬਜ਼ਾਦਾ ਮੇਰੇ ਨਾਲ ਭੇਜ ਦਿਓ। ਇਹ ਵਿਆਹ ਦੇ ਵਿੱਚ ਆਪ ਜੀ ਦੀ ਥਾਂ 'ਤੇ ਖੜਾ ਹੋ ਕਰਕੇ ਸਾਰੀ ਮਰਜ਼ਾਦਾ ਔਰ ਮੇਰਾ ਹੱਥ ਵਟਾ ਦੇਗਾ। ਉਹ ਸਮੇਂ ਫਿਰ ਮਹਾਰਾਜ ਨੇ ਬਾਬਾ ਪ੍ਰੀਤੀ ਚੰਦ ਜੀ ਨੂੰ ਆਪਣੇ ਪਾਸ ਬੁਲਾ ਕਰਕੇ ਹੁਕਮ ਕੀਤਾ, ਬੇਟਾ ਤੈਂ ਸਾਡੇ ਤਾਏ ਦੇ ਪੁੱਤਰ ਭਾਈ ਸਿਹਾਰੇ ਮੱਲ ਜੀ ਦੇ ਬੇਟੇ ਦੀ ਸ਼ਾਦੀ ਦੇ ਵਿੱਚ ਸ਼ਾਮਲ ਹੋਣਾ। ਸੁਣ ਕਰਕੇ ਬਾਬਾ ਪ੍ਰੀਤੀ ਚੰਦ ਜੀ ਦੇ ਮਨ ਦੇ ਵਿੱਚ ਇਹੋ ਜਿਹੀਆਂ ਵਿਚਾਰਾਂ ਪੈਦਾ ਹੋਣ ਲੱਗ ਪਈਆਂ। ਪਤਾ ਸੀ ਵੀ ਸਤਿਗੁਰੂ ਰਾਮਦਾਸ ਮਹਾਰਾਜ ਨੂੰ ਤੀਸਰੇ ਪਾਤਸ਼ਾਹ ਨੇ 6 ਸਾਲ 11 ਮਹੀਨੇ 18 ਕੁ ਦਿਨ ਜਿਹੜੀ ਆਪਣੀ ਉਮਰ ਗੁਰਤਾ ਗੱਦੀ ਦੇ ਸਹਿਤ ਬਖਸ਼ੀ ਹੋਈ ਹੈ। ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਸਤਿਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਸਰੀਰ ਤਿਆਗ ਦੇਣਾ। ਮੈਂ ਤਾਂ ਗੁਰਤਾ ਗੱਦੀ ਤੋਂ ਖਾਲੀ ਰਹਿ ਜਾਊਂਗਾ। ਸੁਣ ਕਰਕੇ ਬਾਬਾ ਪ੍ਰੀਤੀ ਚੰਦ ਜੀ ਨੇ ਬੜੇ ਆਨੇ ਬਹਾਨੇ ਬਣਾਏ। ਮਹਾਰਾਜ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ, ਆਪ ਤਾਂ ਭੋਲੇ ਹੋ। ਵਿਦੇਸ਼ਾਂ ਦੇ ਵਿੱਚੋਂ ਕਿੰਨੀਆਂ ਸੰਗਤਾਂ ਰੋਜ਼ਾਨਾ ਆਉਂਦੀਆਂ ਹਨ। ਮਹਾਰਾਜ ਕਹਿਣ ਲੱਗੇ, ਪੁੱਤਰ ਕੋਈ ਗੱਲ ਨਹੀਂ, ਇਹ ਵੱਡੇ ਵੱਡੇ ਕਾਰੋਬਾਰ ਤਾਂ ਕੋਈ ਹੋਰ ਵੀ ਸੰਭਾਲ ਲਏਗਾ। ਪਰ ਇਹਨੇ ਆਪਣੇ ਵੱਲੋਂ ਖਰਾ ਜਵਾਬ ਹੀ ਦੇ ਦਿੱਤਾ ਸੀ। ਫਿਰ ਸੋਢੀ ਸੁਲਤਾਨ ਪਾਤਸ਼ਾਹ ਨੇ ਬਾਬਾ ਮਹਾਦੇਵ ਜੀ ਨੂੰ ਬੁਲਾਇਆ। ਉਹਨਾਂ ਨੇ ਵੀ ਆਗਿਆ ਦਾ ਪਾਲਣ ਨਹੀਂ ਕੀਤਾ ਸੀ। ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਇਹੋ ਜਿਹੇ ਵਿਆਹ ਸ਼ਾਦੀਆਂ ਦਾ ਕੋਈ ਗਿਆਨ ਹੈ ਨਹੀਂ, ਨਾ ਮੈਂ ਦੁਨਿਆਵੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ। ਅਖੀਰ ਨੂੰ ਫਿਰ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਪਾਸ ਸੱਦਿਆ। ਰੋਜ਼ਾਨਾ ਬੀਬੀ ਭਾਨੀ ਜੀ ਵੀ ਆਪਣੇ ਛੋਟੇ ਲਾਲ ਨੂੰ ਬੜੀ ਜੀ ਸਿੱਖਿਆ ਦਿੰਦੇ ਰਹਿੰਦੇ ਸਨ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਾਧੀ ਜਾਪੋ, ਜਾ ਕਾ ਅੰਤ ਨ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਕ ਨ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਬੜੀਆਂ ਹੋ ਜੀਆਂ
ਸੀਸਾਂ ਸਤਿਗੁਰੂ ਜੀ ਨੇ ਬੀਬੀ ਭਾਨੀ ਜੀ ਦੇ ਪਾਸੋਂ ਪ੍ਰਾਪਤ ਕੀਤੀਆਂ ਸਨ। ਪਰ ਜਦੋਂ ਸਤਿਗੁਰੂ ਰਾਮਦਾਸ ਮਹਾਰਾਜ ਨੇ ਦੇਖਿਆ ਵੀ ਇਹ ਸਦਾ ਵਾਸਤੇ ਹੁਕਮ ਦੇ ਵਿੱਚ ਚੱਲਣ ਵਾਲੇ ਹਨ, ਭਾਵੇਂ ਆਪ ਜੀ ਗੁਰੂ ਪਿਤਾ ਦੇ ਚਰਨਾਂ 'ਚੋਂ ਕਦੇ ਵਿਛੜਨਾ ਤਾਂ ਨਹੀਂ ਚਾਹੁੰਦੇ ਸਨ। ਇਹੋ ਜੀ ਪ੍ਰੀਤੀ ਮਨ ਦੇ ਅੰਦਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਪਣੇ ਗੁਰੂ ਪਿਤਾ ਦੇ ਨਾਲ ਪੈਦਾ ਹੋ ਚੁੱਕੀ ਹੈ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੇ ਮਛਲੀ ਨੀਰ, ਜਿਉ ਅਧਿਕੋ ਤਿਉ ਸੁਖ ਕਣੋ, ਮਨ ਤਨ ਸਾਤ ਸਰੀਰ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਬੜਾ ਆਨੰਦ ਮਾਣਿਆ ਕਰਦੇ ਸੀ, ਪਰ ਫਿਰ ਵੀ ਆਪਣੇ ਗੁਰੂ ਪਿਤਾ ਦੀ ਆਗਿਆ ਦੇ ਅੱਗੇ ਸੀਸ ਝੁਕਾ ਕਰਕੇ ਆਪ ਜੀ ਲਾਹੌਰ ਸ਼ਹਿਰ ਦੇ ਵਿੱਚ ਪਹੁੰਚੇ। 1 ਮਹੀਨੇ ਦਾ ਜਿਹੜਾ ਸਮਾਂ ਭਾਈ ਸਿਆਰੀ ਮੱਲ ਦੇ ਘਰ ਦੇ ਵਿੱਚ ਰਹਿ ਕਰਕੇ ਜੋ ਵੀ ਹੈ ਵਿਆਹ ਸ਼ਾਦੀਆਂ ਦੇ ਬੜੇ ਲੰਮੇ ਕਾਰਜ ਹੋਇਆ ਕਰਦੇ ਹਨ। ਉਹਨਾਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੱਥ ਵਟਾਇਆ ਸੀ। ਫਿਰ ਧਰਮਸ਼ਾਲਾ ਦੇ ਵਿੱਚ ਰਹਿ ਕਰਕੇ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਕਰਨ ਲੱਗ ਪਏ ਸਨ। ਪਰ ਮਨ ਦੇ ਅੰਦਰ ਬੜਾ ਬੈਰਾਗ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੈਦਾ ਹੋ ਚੁੱਕਿਆ ਸੀ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲ ਪਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇਹੋ ਜੀ ਬੈਰਾਗੀਆਂ ਵਾਲੀ ਜਿਹੜੀ ਅਵਸਥਾ ਸਤਿਗੁਰੂ ਜੀ ਦੀ ਹੋ ਚੁੱਕੀ ਸੀ। ਕਈ ਮਹੀਨੇ ਉਸੇ ਤਰ੍ਹਾਂ ਵਿਛੋੜੇ ਦਾ ਦੁੱਖ ਸਹਿੰਦਿਆਂ ਹੋਇਆ ਬਤੀਤ ਕੀਤੇ ਸਨ। ਜਿਵੇਂ ਜਿਵੇਂ ਸਮਾਂ ਲੰਘਦਾ ਉਸੇ ਤਰ੍ਹਾਂ ਬੈਰਾਗ ਵੀ ਮਨ ਦੇ ਅੰਦਰ ਬੜਾ ਵਾਧਾ ਜਾ ਰਿਹਾ ਸੀ। ਕਿਤਨੇ ਵਚਨ ਮਹਾਰਾਜ ਨੇ ਆਪਣੀ ਰਸਨਾ ਤੋਂ ਸ਼ਬਦਾਂ ਦੇ ਵਿੱਚ ਵੀ ਉਚਾਰਨ ਕੀਤੇ ਹਨ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪਰੈ ਤੁਧ ਭਗਵੰਤਾ। ਇਤਨਾ ਬੈਰਾਗ ਇਹੋ ਜੀ ਉਦਾਸੀ ਹਰ ਵਕਤ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਅੰਦਰ ਭਰੀ ਰਹਿੰਦੀ ਹੈ। ਇਹਨਾਂ ਸ਼ਬਦਾਂ ਨੂੰ ਚਿੱਠੀ ਰਾਹੀਂ ਗੁਰੂ ਪਿਤਾ ਦੇ ਪਾਸ ਭੇਜ ਵੀ ਦਿੱਤਾ ਸੀ। ਕਈ ਚਿੱਠੀਆਂ ਬਾਬਾ ਪ੍ਰੀਤੀ ਚੰਦ ਜੀ ਨੇ ਲੁਕੋ ਕੇ ਵੀ ਰੱਖ ਲਈਆਂ। ਜਦੋਂ ਬਾਬਾ ਪ੍ਰੀਤੀ ਚੰਦ ਜੀ ਨੇ ਪੱਤਰਕਾ ਪੜ੍ਹੀਆਂ ਹੈਰਾਨ ਹੋ ਗਏ ਵੀ ਤਾਂ ਹੁਣ ਪਹਿਲੇ ਗੁਰੂਆਂ ਦੇ ਸਮਾਨ ਗੁਰਬਾਣੀ ਉਚਾਰਨ ਕਰਨ ਲੱਗ ਪਏ ਹਨ। ਜੇ ਕਿਤੇ ਮੈਂ ਚਿੱਠੀਆਂ ਜਾ ਕਰਕੇ ਗੁਰੂ ਪਿਤਾ ਨੂੰ ਦਿਖਾਤੀਆਂ, ਖੁਸ਼ ਹੋ ਕਰਕੇ ਗੁਰਤਾ ਗੱਦੀ ਵੀ ਬਖਸ਼ ਸਕਦੇ ਹਨ। ਪਰ ਆਪਣੇ ਗੁਰੂ ਪਿਤਾ ਦੀ ਜਿਹੜੀ ਸੇਵਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲਾਂ ਹੀ ਨਿਸ਼ਕਾਮ ਹੋ ਕਰਕੇ ਬੜੀ ਕੀਤੀ। 2 ਪ੍ਰਕਾਰ ਦੀ ਜਿਹੜੀ ਸੇਵਾ ਸਤਿਗੁਰੂ ਜੀ ਦੇ ਦਰ ਕਰਦੇ ਵਿੱਚ ਮੰਨੀ ਗਈ ਹੈ। ਇੱਕ ਸਕਾਮ, ਦੂਜੀ ਹੈ ਜਿਹੜੀ ਨਿਸ਼ਕਾਮ ਸੇਵਾ। ਸਕਾਮ ਕੋਈ ਮਨ ਦੇ ਵਿੱਚ ਕਾਮਨਾ ਇੱਛਾ ਧਾਰਨ ਕਰਕੇ ਜੋ ਵੀ ਜਗਿਆਸੂ ਸੇਵਾ ਕਰਨ ਵਾਲੇ ਉਹਨਾਂ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਜਿਹੜੀ ਹੈ ਨਿਸ਼ਕਾਮ ਸੇਵਾ ਕਰਦਿਆਂ ਕਰਦਿਆਂ ਫਿਰ ਸੁਆਮੀ ਮਾਲਕ ਨੇ ਆਪਣੇ ਵਿੱਚ ਹੀ ਅਭੇਦ ਕਰ ਲੈਣਾ ਹੈ। ਤਕਰੀਬਨ 1.5 ਸਾਲ ਦਾ ਜਿਹੜਾ ਟਾਈਮ ਸਤਿਗੁਰੂ ਜੀ ਨੇ ਲਾਹੌਰ ਸ਼ਹਿਰ ਦੇ ਵਿੱਚ ਰਹਿ ਕਰਕੇ ਬਤੀਤ ਕੀਤਾ। ਜਿਹੜੇ ਵੀ ਗੁਰ ਸਿੱਖ ਚੱਲ ਕਰਕੇ ਆਇਆ ਕਰਦੇ ਉਹਨਾਂ ਨੂੰ ਨਾਮ ਔਰ ਬਾਣੀ ਦੇ ਨਾਲ ਵੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੋੜਿਆ
ਕਰਦੇ ਸੀ। ਪਰ ਜਦੋਂ ਆਪ ਜੀ ਨੇ ਚਿੱਠੀਆਂ ਖੁਦ ਪੜ੍ਹ ਲਈਆਂ ਸਨ, ਦੇ ਕਰਕੇ ਫਿਰ ਸੋਢੀ ਸੁਲਤਾਨ ਪਾਤਸ਼ਾਹ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੂੰ ਭੇਜਿਆ ਵੀ ਜਾ ਕਰਕੇ ਤੁਸੀਂ ਅਰਜਨ ਦੇਵ ਨੂੰ ਲਾਹੌਰ ਸ਼ਹਿਰ ਤੋਂ ਲੈ ਕਰਕੇ ਆਉਣਾ ਹੈ। ਬਹੁਤ ਵੱਡਾ ਭਾਰੀ ਦਰਬਾਰ ਵੀ ਸਜਿਆ ਹੋਇਆ ਸੀ। ਪਰ ਜਦੋਂ ਬਾਬਾ ਪ੍ਰੀਤੀ ਚੰਦ ਨੇ ਦੇ ਲਿਆ ਵੀ ਮੇਰੇ ਛੋਟੇ ਭਰਾ ਨੂੰ ਗੁਰੂ ਪਿਤਾ ਨੇ ਲਾਹੌਰ ਸ਼ਹਿਰ ਤੋਂ ਬੁਲਾ ਲਿਆ, ਉਸ ਸਮੇਂ ਚਿੱਤ ਦੇ ਅੰਦਰ ਬੜੀ ਦਵੈਸ਼ ਪੈਦਾ ਹੋ ਗਈ। ਦੇ ਲਿਆ ਵੀ ਇਹ ਤਾਂ ਹੁਣ ਗੁਰਤਾ ਗੱਦੀ ਬਖਸ਼ਣ ਲੱਗੇ ਹਨ। ਸਤਿਗੁਰੂ ਰਾਮਦਾਸ ਮਹਾਰਾਜ ਨੇ ਉਹ ਜਿਹੜੀਆਂ ਪੱਤਰਕਾਂ ਵੀ ਸੰਗਤਾਂ ਦੇ ਵਿੱਚ ਪੜਵਾ ਦਿੱਤੀਆਂ ਸੀ। ਬਾਬਾ ਪ੍ਰੀਤੀ ਚੰਦ ਬੜੇ ਹੋ ਜੇ ਫਿੱਕੇ ਕੌੜੇ ਬਚਨ ਵੀ ਆਪਣੇ ਗੁਰੂ ਪਿਤਾ ਨੂੰ ਬੋਲਣ ਲੱਗ ਪਏ ਸਨ। ਮਹਾਰਾਜ ਕਹਿਣ ਲੱਗੇ, ਚੰਗਾ ਵੀ ਜੇ ਤੂੰ ਇਹਨਾਂ ਚਿੱਠੀਆਂ ਨੂੰ ਕਹਿਣਾ ਵੀ ਤਾਂ ਆਮ ਇੱਕ ਸ਼ਬਦ ਲਿਖੇ ਹੋਏ ਹਨ, ਫਿਰ ਜਿਹੜਾ ਵੀ ਇਸ ਸ਼ਬਦ ਦੇ ਨਾਲ ਮਿਲਦਾ ਜੁਲਦਾ ਚੌਥਾ ਪਦ ਉਚਾਰਨ ਕਰੇਗਾ, ਉਹਨੇ ਹੀ ਗੁਰਤਾ ਗੱਦੀ ਦਾ ਮਾਲਕ ਬਣ ਜਾਣਾ ਹੈ। ਮਹਾਰਾਜ ਨੇ ਭਾਈ ਬਾਬਾ ਪ੍ਰੀਤੀ ਚੰਦ ਜੀ ਨੂੰ ਹੁਕਮ ਕੀਤਾ ਵੀ ਤੂੰ ਵੀ ਸਮੇਂ ਦੇ ਮੁਤਾਬਕ ਜਿਵੇਂ ਸ਼ਬਦ ਜਿਹੜੇ ਚਾਰ ਪਦੇ ਹੋਇਆ ਕਰਦੇ ਨੇ, ਤਿੰਨ ਤਾਂ ਪਹਿਲਾਂ ਸਤਿਗੁਰੂ ਜੀ ਨੇ ਉਚਾਰਨ ਕਰਕੇ ਪੱਤਰਕਾਂ ਦੇ ਵਿੱਚ ਲਿਖ ਕੇ ਭੇਜ ਦਿੱਤੇ ਸੀ। ਚੌਥਾ ਪਦ ਅਜੇ ਬਾਕੀ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ, ਚੰਗਾ ਭਾਈ ਤੂੰ ਚੌਥਾ ਪਦ ਇਹਦੇ ਨਾਲ ਮਿਲਦਾ ਜੁਲਦਾ ਐਨ ਮੌਕੇ ਦਾ ਉਚਾਰਨ ਕਰਕੇ ਸੁਣਾ ਦੇ, ਤੂੰ ਫਿਰ ਗੁਰਤਾ ਗੱਦੀ ਦਾ ਮਾਲਕ ਬਣ ਸਕਦੇ। ਪਰ ਕਿੱਥੇ ਉਹ ਕਮਾਈ, ਉਹ ਜਿਹੜੀ ਅਵਸਥਾ ਬਾਬਾ ਪ੍ਰੀਤੀ ਚੰਦ ਜੀ ਨੂੰ ਅਜੇ ਪ੍ਰਾਪਤ ਨਹੀਂ ਹੋਈ ਸੀ। ਇਹਦਾ ਬਸ ਪਹਿਲਾਂ ਤੋਂ ਹੀ ਆਪਣੇ ਪਾਸ ਮਾਇਆ ਜਮ੍ਹਾਂ ਕਰੀ ਜਾਂਦੇ ਸਨ। ਜਦੋਂ ਸਤਿਗੁਰੂ ਜੀ ਨੇ ਬਾਬਾ ਪ੍ਰੀਤੀ ਚੰਦ ਜੀ ਨੂੰ ਬੁਲਾਇਆ ਸੀ ਲਾਹੌਰ ਸ਼ਹਿਰ ਭੇਜਣ ਦੇ ਲਈ, ਉਸੇ ਬਾਤ ਸੋਚਣ ਲੱਗੇ ਵੀ ਕਿਤੇ ਮਾਇਆ ਗੁਰਤਾ ਗੱਦੀ ਮੇਰੇ ਛੋਟੇ ਭਰਾ ਦੇ ਹੱਥ ਨਾ ਲੱਗ ਜਾਏ, ਮੈਂ ਤਾਂ ਖਾਲੀ ਦਾ ਖਾਲੀ ਰਹਿ ਜਾਊਂਗਾ। ਇਸ ਮਾਇਆ ਦਾ ਜਿਹੜਾ ਜ਼ਿਕਰ ਵੀ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਕੀਤਾ, ਜਿਸ ਤਨ ਕਾ ਤੁਮ ਗਰਵ ਕਰ ਤੋ ਸੋ ਤਨ ਕਿਸੈ ਨਾ ਆਪ, ਵੀ ਮਾਇਆ ਸਦਾ ਵਾਸਤੇ ਕਿਸੇ ਦੇ ਪਾਸ ਨਹੀਂ ਰਹੀ ਹੈ। ਜਦੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਰ ਦੀਵਾਨ ਦੇ ਵਿੱਚ ਭਾਗ ਹੋਆ, ਗੁਰ ਸੰਤ ਮਿਲਾਇਆ, ਪ੍ਰਭ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ। ਇਹ ਸ਼ਬਦ ਉਚਾਰਨ ਕਰਕੇ ਸੁਣਾ ਦਿੱਤਾ ਸੀ। ਦੇ ਕਰਕੇ ਸਤਿਗੁਰੂ ਰਾਮਦਾਸ ਮਹਾਰਾਜ ਦੇ ਅੰਦਰ ਬੜੀਆਂ ਖੁਸ਼ੀਆਂ ਪੈਦਾ ਹੋ ਗਈਆਂ ਸਨ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਵਤਾਰ 1620 ਬੇਕਰਮੇ ਸੰਬਤ ਗੋਇੰਦਵਾਲ ਸਾਹਿਬ ਨਾਨਕੇ ਘਰ ਦੇ ਵਿੱਚ ਹੀ ਹੋਇਆ ਸੀ। 1638 ਬੇਕਰਮੇ ਸੰਬਤ ਹੁਣ ਤੱਕ ਮਹਾਰਾਜ ਦੀ ਜਿਹੜੀ ਆਜੂ 18 ਸਾਲ ਦੀ ਹੋਈ ਹੈ। 1638 ਬੇਕਰਮੇ ਸੰਬਤ ਨੂੰ ਉਸ ਸਮੇਂ ਬਾਬਾ ਬੁੱਢਾ ਜੀ ਵੀ ਮਹਾਰਾਜ ਦੇ ਪਾਸ ਦੀਵਾਨ ਦੇ ਵਿੱਚ ਨੇੜੇ ਹੀ ਬੈਠੇ ਸੀ। ਪੁੱਛਿਆ ਪਾਤਸ਼ਾਹ ਨੇ ਵੀ ਬਾਬਾ ਜੀ ਦੱਸੋ, ਅਰਜਨ ਦੇਵ ਗੁਰਤਾ ਗੱਦੀ ਦੇ ਲਾਇਕ ਬਣ ਗਏ ਹਨ ਕਿ ਨਹੀਂ? ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ
ਆਪ ਦੀ ਆਖਣ ਇਹਦਾ ਪਹਿਲਾਂ ਹੀ ਜ਼ੋਰੀਆਂ ਦੇ ਸਮਾਨ ਇਹੋ ਜਿਹੇ ਹੀਰੇ ਜ਼ਵਾਰ ਔਰ ਲਾਲਾਂ ਨੂੰ ਪਰਖਿਆ ਹੋਇਆ ਹੈ। ਪਰ ਇਹ ਦੀਵਾਨ ਦੇ ਵਿੱਚ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਮਾਲਕ ਬਣਾਇਆ ਸੀ। ਆਪ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਮਰਜ਼ਾਦਾ ਗੁਰੂ ਬਾਬਾ ਜੀ ਦੇ ਦਰ ਘਰ ਦੇ ਵਿੱਚ ਚਲੀ ਆਉਂਦੀ ਹੈ, ਪਰ ਕਰਮਾਂ ਕੀਤੀਆਂ ਆਪ ਅੱਗੇ ਸੀਸ ਝੁਕਾਇਆ ਸੀ। ਸੋ ਅੱਜ ਦੇ ਦਿਨ ਸੇਵਾ ਤੇ ਪ੍ਰਸੰਨ ਹੋ ਕਰਕੇ ਜਿਹੜੀ ਆਗਿਆ ਦਾ ਪਾਲਣ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਸੀ, ਉਹਦਾ ਫਲ ਇਹ ਹੋਇਆ ਵੀ ਆਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੰਘਾਸਣ ਦੇ ਮਾਲਕ ਬਣ ਗਏ ਸਨ। ਸਿਮਰੰ ਸੋਈ ਪੁਰਖ ਅਚਲ ਅਵਨਾਸੀ, ਜੈਸ ਸਿਮਰਤ ਦੁਰਮਤ ਮਲ ਨਾਸੀ। ਸਤਿਗੁਰ ਚਰਨ ਕਵਲ ਰਦ ਧਾਰੰ, ਗੁਰ ਅਰਜਨ ਗੁਣ ਸਹਿਜ ਪਰ ਵਿਚਾਰੰ। ਗੁਰ ਰਾਮਦਾਸ ਕਰ ਕੀਓ ਪਰਗਾਸਾ। ਸਤਿਗੁਰੂ ਰਾਮਦਾਸ ਮਹਾਰਾਜ ਦੇ ਮਹਿਲਾਂ ਦੇ ਵਿੱਚ ਆਪ ਜੀ ਨੇ ਅਵਤਾਰ ਧਾਰਨ ਕੀਤਾ ਸੀ। ਜੈਸ ਸਿਮਰਤ ਦੁਰਮਤ ਮਲ ਨਾਸੀ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਲ ਜੋੜ ਕਰ ਸੋ ਜਸ ਵਖਾਣਿਓ। ਭੱਟਾ ਨੇ ਵੀ ਸਵਈਆਂ ਦੇ ਵਿੱਚ ਥਾਂ ਥਾਂ 'ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਤਨੀ ਤਾਰੀਫ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ। ਬਹੁਤ ਵੱਡੇ ਵੱਡੇ ਮਹਾਨ ਪਰਉਪਕਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਥੋੜ੍ਹੇ ਟਾਈਮ ਦੇ ਵਿੱਚ ਹੀ ਪੂਰੇ ਕਰ ਦਿੱਤੇ ਸੀ। ਜਿਹੜਾ ਕੱਲ੍ਹ ਦਾ ਦਿਨ ਲੰਘ ਕਰਕੇ ਗਿਆ, ਉਸ ਰੋਜ਼ ਨੂੰ ਵੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾਈ ਕਰਕੇ ਫਿਰ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਸੀ। ਵੱਡੇ ਵੱਡੇ ਦੇ ਲੋ ਸਰੋਵਰ ਮਹਾਰਾਜ ਨੇ ਥੋੜ੍ਹੇ ਟਾਈਮ ਦੇ ਅੰਦਰ ਹੀ ਪੂਰੇ ਕਰਵਾ ਦਿੱਤੇ ਸੀ। ਫਿਰ ਸੰਗਤਾਂ ਦੇ ਵਿੱਚ ਅੱਗੇ ਤੋਂ ਅੱਗੇ ਬੜਾ ਗੁਰਮਤਿ ਦਾ ਪ੍ਰਚਾਰ ਵਧਾਉਣ ਦੇ ਲਈ ਜਿਹੜੇ ਗੁਰਸਿੱਖੀ ਦੇ ਵੱਡੇ ਵੱਡੇ ਕੇਂਦਰ ਵੀ ਆਪ ਸਤਿਗੁਰੂ ਜੀ ਨੇ ਸਥਾਪਿਤ ਕੀਤੇ ਸੀ। ਅੰਮ੍ਰਿਤਸਰ ਦੇ ਆਲੇ ਦੁਆਲੇ ਨੇੜੇ ਨੇੜੇ ਕਿਤਨੇ ਵੱਡੇ ਵੱਡੇ ਜਿਹੜੇ ਅਸਥਾਨ ਸਤਿਗੁਰੂ ਜੀ ਦੇ ਆਪ ਖੁਦੇ ਤਿਆਰ ਕਰਵਾਏ ਹੋਏ ਹਨ। ਛੇਹਰਟਾ ਸਾਹਿਬ ਵੱਡੇ ਵੱਡੇ ਜਿਹੜੇ ਪਾਵਨ ਸਥਾਨ, ਕਰਤਾਰਪੁਰ ਵੀ ਆਪ ਨੇ ਕਿਤਨਾ ਆਏ ਸੁੰਦਰ ਨਗਰ ਵਸਾਇਆ ਸੀ। ਦੂਰ ਦੂਰ ਜਾ ਕਰਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਵੱਡਾ ਭਾਰੀ ਗੁਰਮਤਿ ਦਾ ਪ੍ਰਚਾਰ ਕੀਤਾ ਸੀ। ਫਲੌਰ ਦੇ ਵਿੱਚ ਉੱਥੇ ਮਾਤਾ ਗੰਗਾ ਜੀ ਦਾ ਜਿਹੜਾ ਹੈ ਨਗਰ ਮੌ ਸਾਹਿਬ ਪੈਂਦਾ। ਬਿਲਗੇ ਨਗਰ ਦੇ ਵਿੱਚ ਵੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਚਾਰਨ ਪਾਏ ਸੀ। ਬਿਲਗਾ ਨਗਰ ਹੈ ਕਾਫੀ ਪੰਜਾਬ ਦੇ ਵਿੱਚ ਮਸ਼ਹੂਰ ਹੈ, ਬੜਾ ਮੰਨਿਆ ਪਰਮੰਨਿਆ ਪਿੰਡ ਹੈ। ਉਸ ਦੇ ਅੰਦਰ ਵੀ ਕਈ ਸੋਹਣੇ ਸਥਾਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਣੇ ਹੋਏ ਹਨ। ਦੂਰ ਦੂਰ ਜਾ ਕਰਕੇ ਆਪ ਜੀ ਨੇ ਬੜਾ ਜਿਹੜਾ ਹੈ ਗੁਰਮਤਿ ਦਾ ਪ੍ਰਚਾਰ ਕੀਤਾ। ਫਿਰ ਹਜ਼ੂਰੀ ਦੇ ਵਿੱਚ ਕਿਤਨੇ ਵੱਡੇ ਵੱਡੇ ਬ੍ਰਹਮ ਗਿਆਨੀ ਗੁਰ ਸਿੱਖ ਆਪ ਦੇ ਟਾਈਮ 'ਤੇ
ਉਹ ਹੋਏ ਹਨ ਜਿਨ੍ਹਾਂ ਨੇ ਸੇਵਾ ਭਗਤੀ ਸਿਮਰਨ ਕਰਦਿਆਂ ਕਿਤਨੀਆਂ ਵੱਡੀਆਂ ਵੱਡੀਆਂ ਪਦਵੀਆਂ, ਕਿਤਨੇ ਵੱਡੇ ਵੱਡੇ ਉੱਚ ਮੁਰਾਤਬੇ ਸੰਗਤਾਂ ਦੇ ਵਿੱਚ ਪ੍ਰਾਪਤ ਕੀਤੇ ਸੀ। ਅੰਮ੍ਰਿਤ ਸਰ ਦੇ ਵਿੱਚ ਆਪਣੇ ਕਿਤਨੀਆਂ ਵੱਡੀਆਂ ਵੱਡੀਆਂ ਮਹਾਨ ਸੇਵਾਵਾਂ ਪੂਰੀਆਂ ਕਰਵਾਈਆਂ ਸਨ। ਇਹ ਸਾਰੀ ਵੱਡੀ ਜਿਹੜੀ ਪੰਥ ਨੂੰ ਦੇਣ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ, ਜੋ ਹੈ ਜੀਵਾਂ ਦੇ ਭਲੇ ਵਾਸਤੇ ਰੱਬੀ ਬਾਣੀ ਉਚਾਰਨ ਕੀਤੀ ਹੈ। ਇਹਦੀ ਤਾਂ ਕੋਈ ਮਹਿਮਾ ਰਸਨਾ ਦੇ ਨਾਲ ਕਹਿ ਨਹੀਂ ਸਕਦਾ ਹੈ। ਗੁਰਬਾਣੀ ਦੇ ਲੜ ਲਾ ਕਰਕੇ ਅੱਜ ਵੀ ਬੇਅੰਤ, ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਕਿਤਨੇ ਜਿਹੜੇ ਪਰਮਾਰਥ ਔਰ ਸਵਾਰਥ ਦੇ ਜਿਹੜੇ ਕਾਰਜ ਗੁਰ ਸਿੱਖਾਂ ਦੇ ਹੁਣ ਵੀ ਬੜੇ ਪੂਰੇ ਹੋ ਰਹੇ ਹਨ। ਇਹ ਸਾਰਾ ਜਿਹੜਾ ਮਾਨ ਪਰਉਪਕਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪੈਰੋਕਾਰਾਂ ਦੇ ਉੱਪਰ ਕੀਤਾ ਸੀ। ਇਹ ਫਲ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਗਿਆ ਦੇ ਵਿੱਚ ਰਹਿ ਕਰਕੇ ਸੇਵਾ ਕਰਨ ਦਾ ਪ੍ਰਾਪਤ ਹੋਇਆ ਸੀ। ਰਹਿੰਦੇ ਤਾਂ ਸਤਿਗੁਰੂ ਰਾਮਦਾਸ ਦੇ ਮਹਾਰਾਜ ਦੇ ਚਰਨਾਂ 'ਚ ਬਾਬਾ ਪ੍ਰੀਤੀ ਚੰਦ, ਬਾਬਾ ਮਹਾਦੇਵ ਜੀ, ਉਹ ਵੀ ਸਤਿਗੁਰੂ ਜੀ ਦੀ ਸਾਹਿਬਜ਼ਾਦੇ ਨੇ, ਪਰ ਉਹਨਾਂ ਨੇ ਕਦੇ ਆਗਿਆ ਦੇ ਵਿੱਚ ਰਹਿ ਕੇ ਸੇਵਾ ਕੀਤੀ ਨਹੀਂ, ਨਾ ਕਦੇ ਹੁਕਮ ਮੰਨਿਆ ਆਪਣੇ ਗੁਰੂ ਪਿਤਾ ਦਾ। ਪਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਦੇ ਵੀ ਆਪਣੇ ਗੁਰੂ ਪਿਤਾ ਦੇ ਵੱਲ ਕਹਿੰਦੇ ਅੱਖ ਉੱਚੀ ਕਰਕੇ ਵੀ ਨਹੀਂ ਤੱਕਿਆ ਸੀ। ਜਵਾਬ ਦੇਣਾ ਤਾਂ ਬੜੀ ਦੂਰ ਦੀ ਗੱਲ ਰਹਿ ਗਈ। ਕਦੇ ਵੀ ਉੱਚੇ ਨੇਤਰ ਕਰਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਗੁਰੂ ਪਿਤਾ ਦੇ ਵੱਲ ਨਹੀਂ ਤੱਕਿਆ ਸੀ। ਇਹੋ ਜੀ ਸੇਵਾ 'ਤੇ ਹੀ ਗੁਰੂ ਪੀਰ ਸਦਾ ਵਾਤੇ ਪ੍ਰਸੰਨ ਖੁਸ਼ ਹੋਇਆ ਕਰਦੇ ਨੇ। ਸਾਰੀਆਂ ਸੰਗਤਾਂ ਨੂੰ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਤਾ ਗੱਦੀ ਦੇ ਦਿਵਸ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਜਿਹਨੇ ਵੀ ਆਗਿਆ ਦੇ ਵਿੱਚ ਰਹਿ ਕਰਕੇ ਸੇਵਾ ਕੀਤੀ ਆ, ਉਹ ਵੱਡੀਆਂ ਵੱਡੀਆਂ ਪਦਵੀਆਂ ਦੇ ਆਪਣੇ ਆਪ ਹੀ ਮਾਲਕ ਬਣ ਗਏ ਸਨ। ਸੋ ਸਾਰੇ ਪ੍ਰੇਮੀਆਂ, ਸਾਰੇ ਗੁਰ ਸਿੱਖਾਂ ਨੂੰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਜਿਸ ਪ੍ਰਕਾਰ ਬਾਲਾ ਪ੍ਰੀਤਮ ਨੇ ਵੀ ਇੱਕ ਪ੍ਰੇਮ ਦੇ ਬਸ ਹੋ ਕਰਕੇ ਰਾਜਾ ਜੈ ਸਿੰਘ ਦੇ ਦੂਤ ਨੂੰ ਦਿੱਲੀ ਸ਼ਹਿਰ ਜਾਣ ਵਾਸਤੇ ਆਗਿਆ ਦੇਣੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਦੋਹਰਾ ਏਮ ਨ੍ਰਿਪ ਜੈ ਸਿੰਘ ਦੂਤ ਕੇ ਬਾਕ ਸੁਨੇ ਸਭ ਕਾਨ। ਭਗਤ ਵਚਲ ਨਿਜ ਬਿਰਦ ਕੋ ਸਤਿਗੁਰ ਸਿਮਰਨ ਠਾਨ। ਏਮ ਨ੍ਰਿਪ ਜੈ ਸਿੰਘ ਦੂਤ ਕੇ ਬਾਕ ਸੁਨੇ ਸਭ ਕਾਨ। ਭਗਤ ਵਚਲ ਨਿਜ ਬਿਰਦ ਕੋ ਸਤਿਗੁਰ ਸਿਮਰਨ ਠਾਨ। ਏ ਚੌਥ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਏ ਗੋਵਿੰਦ ਹੈ ਗੁਣ ਦਾਨ ਜਾ ਕੈ ਸਦਾ ਵਿਵੇਕ। ਏ ਪਰੰਪਰ ਹਰਿ ਹਰੇ ਹੈ ਪੀ ਹੋਵਨ
ਹਾਰ ਏ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕਰੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦ ਕਰ ਸੇਮ ਦੇ ਗੁਰ ਗੁਰ ਪਾਰ ਉਤਾਰਨ ਹਾਰ ਜੋ ਸ਼ਰਦ ਕਰ ਸੇਮ ਦੇ ਗੁਰ ਪਾਰ ਉਤਾਰ ਹਾਰਨ ਹਾਰ